ਹੈਲੋ एवरीवन। ਸੋ ਫਾਈਨਲੀ ਨਵੀਂ ਭਰਤੀਆਂ ਹੋਣੀਆਂ ਸ਼ੁਰੂ ਹੋ ਗਈਆਂ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਨਵੀਂ ਭਰਤੀ ਦੇ ਬਾਰੇ ਜੋ ਹੈ TGT ਮਾਸਟਰ ਤੇ ਮਿਸਟਰਸ ਪੋਸਟ ਦੇ ਲਈ, ਜਿਹਦੇ ਲਈ ਤੁਸੀਂ 26 ਫਰਵਰੀ ਤੋਂ ਅਪਲਾਈ ਕਰ ਪਾਓਗੇ। ਸੋ ਇਸ ਵੀਡੀਓ ਦੇ ਵਿੱਚ ਇਸ ਨੋਟੀਫਿਕੇਸ਼ਨ ਦੇ ਬਾਰੇ ਆਪਾਂ ਪੂਰੀ ਡਿਟੇਲ 'ਚ ਡਿਸਕਸ ਕਰਦੇ ਹਾਂ। ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਕਿਹੜੀ ਪੋਸਟ ਲਈ ਨੋਟੀਫਿਕੇਸ਼ਨ ਹੈ, TGT ਮਾਸਟਰ ਮਿਸਟਰਸ। ਓਕੇ, ਟੋਟਲ 330 ਵੈਕੈਂਸੀਜ਼ ਆ ਰਹੀਆਂ ਨੇ। ਸੋ ਤੁਸੀਂ ਆਪਣੀ ਕੈਟਾਗਰੀ ਦੇ ਅਕੋਰਡਿੰਗ ਤੇ ਸਬਜੈਕਟ ਦੇ ਅਕੋਰਡਿੰਗ ਡਿਫਰੈਂਟ ਦੇਖ ਸਕਦੇ ਹੋ ਡਿਵੀਜ਼ਨ। ਓਕੇ, ਤੇ ਕੁਛ ਆਪਾਂ ਇੰਪੋਰਟੈਂਟ ਡੇਟਸ ਦੀ ਗੱਲ ਕਰੀਏ ਤਾਂ 26 ਫਰਵਰੀ ਤੋਂ ਤੁਸੀਂ ਇਹ ਪੋਸਟ ਲਈ ਅਪਲਾਈ ਕਰ ਸਕਦੇ ਹੋ 11 ਵਜੇ ਤੋਂ ਬਾਅਦ, ਤੇ 18 ਮਾਰਚ ਤੱਕ ਅਪਲਾਈ ਕਰ ਸਕਦੇ ਹੋ ਸ਼ਾਮ 5 ਵਜੇ ਤੱਕ। ਤੇ ਜਿਹੜੀ ਫੀ ਡਿਪੋਜ਼ਿਟ ਕਰਨ ਦੀ ਲਾਸਟ ਤਰੀਕ ਹੈ ਉਹ ਹੈਗੀ 21 ਮਾਰਚ 2 ਵਜੇ ਤੱਕ। ਓਕੇ, ਸੋ ਹੁਣ ਸਭ ਤੋਂ ਪਹਿਲਾਂ ਅਗਰ ਆਪਾਂ ਪੇ ਸਕੇਲ ਦੀ ਗੱਲ ਕਰੀਏ ਤਾਂ 9300 ਤੋਂ ਲੈ ਕੇ 34800 ਦੇ ਵਿੱਚ ਤੇ ਉਸ ਤੋਂ ਇਲਾਵਾ ਗ੍ਰੇਡ ਪੇ ਮਿਲੂਗਾ 4600 ਦਾ। ਓਕੇ, ਹੁਣ ਦੇਖੋ ਆਪਾਂ ਇਹਦੇ ਕੁਝ ਅਲੱਗ-ਅਲੱਗ ਸਬਜੈਕਟਸ ਦੇ ਅਕੋਰਡਿੰਗ ਕੁਆਲੀਫਿਕੇਸ਼ਨਸ ਦੇਖਦੇ ਹਾਂ। ਸਭ ਤੋਂ ਪਹਿਲਾਂ ਜਨਰਲ ਸਾਇੰਸ ਨਾਨ ਮੈਡੀਕਲ ਦੀ ਗੱਲ ਕਰੀਏ, ਉਹਦੇ ਵਿੱਚ ਦੋ ਕੰਡੀਸ਼ਨ ਦਿੱਤੀਆਂ ਹੋਈਆਂ। ਪਹਿਲੀ ਕੀ ਹੈ ਕਿ ਗ੍ਰੈਜੂਏਟ ਹੋਣਾ ਚਾਹੀਦਾ ਹੈ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਵਿਦ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ, ਤੇ ਐਟਲੀਸਟ 50% ਹੋਣਾ ਚਾਹੀਦਾ ਤੁਹਾਡਾ ਐਗਰੀਗੇਟ। ਠੀਕ ਹੈ, ਬੈਚਲਰ ਆਫ ਐਜੂਕੇਸ਼ਨ ਡਿਗਰੀ ਜਾਂ ਉਹਦੇ ਇਕੁਇਵਲੈਂਟ ਫਰੋਮ ਇੰਸਟੀਟਿਊਟ ਰਿਕੋਗਨਾਈਜ਼ਡ ਬਾਈ NCTE ਵਿਦ ਸਾਇੰਸ ਮੈਥਮੈਟਿਕਸ ਐਜ਼ ਅ ਟੀਚਿੰਗ ਸਬਜੈਕਟ। ਠੀਕ ਹੈ, ਦੋਨਾਂ ਚੋਂ ਇੱਕ ਹੋਵੇ ਤੇ ਐਟਲੀਸਟ 50% ਮਾਰਕਸ ਹੋਣ ਟੋਟਲ ਐਗਰੀਗੇਟ ਦੇ ਵਿੱਚ। ਓਕੇ, ਥਰਡ ਕੀ ਹੈ ਕਿ ਪਾਸ ਇਨ ਸੈਂਟਰਲ ਟੀਚਰਸ ਐਲੀਜੀਬਿਲਿਟੀ ਟੈਸਟ ਪੇਪਰ 2 ਫॉर द पोस्ट ऑफ मास्टर मिस्ट्रेस एज पर द डिटेल कंडीशन जो NCTE ने नोटिफाई की हुई है। ठीक है, मतलब या तो ये कंडीशन हो या फिर 4 साल का इंटीग्रेटेड BSc B.Ed किया हो या फिर वो इक्विवेलेंट कोर्स किया हो फिजिक्स कैमिस्ट्री मैथमैटिक्स के एटलीस्ट 50% मार्क्स होन एग्रीगेट के। ठीक है, दैन पास इन ਸੈਂਟਰਲ ਟੀਚਰਸ ਐਲੀਜੀਬਿਲਿਟੀ ਟੈਸਟ ਪੇਪਰ 2 ਦੇ ਵਿੱਚ ਤੁਸੀਂ ਪਾਸ ਹੋਏ ਹੋਵੋ। ਠੀਕ ਹੈ, ਫॉर द पोस्ट ऑफ मास्टर मिस्ट्रेस एज पर ਕੰਡੀਸ਼ਨਸ ਜੋ ਵੀ NCTE ਨੇ ਦੱਸੀਆਂ ਹੋਈਆਂ ਨੇ। ਓਕੇ, ਉਹ ਤੋਂ ਬਾਅਦ ਨੈਕਸਟ ਆਪਾਂ ਜਨਰਲ ਸਾਇੰਸ ਮੈਡੀਕਲ ਦੀ ਗੱਲ ਕਰੀਏ। ਇਹਦੇ ਵਿੱਚ ਵੀ ਫਸਟ ਕੰਡੀਸ਼ਨ ਕੀ ਹੈ, ਗ੍ਰੈਜੂਏਟ ਹੋ 50% ਮਾਰਕਸ ਦੇ ਨਾਲ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ ਵਿਦ ਜ਼ੂਓਲੋਜੀ ਬੋਟਨੀ ਕੈਮਿਸਟਰੀ ਦੇ ਨਾਲ। ਬੈਚਲਰ ਹੋ ਤੁਸੀਂ ਐਜੂਕੇਸ਼ਨ ਡਿਗਰੀ ਦੇ ਔਰ ਐਕੁਇਵਲੈਂਟ ਫਰੋਮ ਇੰਸਟੀਟਿਊਟ ਰਿਕੋਗਨਾਈਜ਼ਡ ਬਾਈ NCTE ਵਿਦ ਸਾਇੰਸ ਐਜ਼ ਅ ਟੀਚਿੰਗ ਸਬਜੈਕਟ, ਤੇ ਐਟਲੀਸਟ 50% ਮਾਰਕਸ ਹੋਣ ਤੁਹਾਡੇ ਐਗਰੀਗੇਟ ਦੇ ਵਿੱਚ। ਠੀਕ ਹੈ, ਤੇ ਥਰਡ ਕੰਡੀਸ਼ਨ ਕੀ ਹੈ ਕਿ ਸੈਂਟਰਲ ਟੀਚਰਸ ਐਲੀਜੀਬਿਲਿਟੀ ਟੈਸਟ ਪੇਪਰ 2 ਹੈ ਜਿਹੜਾ ਉਹ ਪਾਸ ਕੀਤਾ ਹੋਵੇ ਫॉर द पोस्ट ऑफ मास्टर मिस्ट्रेस ਐਜ਼ ਪਰ ਦ ਕੰਡੀਸ਼ਨਸ ਜੋ ਵੀ NCTE ਨੇ ਮਤਲਬ ਸਪੈਸੀਫਾਈ ਕੀਤੀਆਂ ਹੋਈਆਂ ਨੇ। ਜਾਂ ਫਿਰ ਉਸ ਤੋਂ ਇਲਾਵਾ 4 ਸਾਲ ਦੀ ਇੰਟੀਗ੍ਰੇਟਿਡ BSc B.Ed ਕੀਤੀ ਹੋਵੇ ਜਾਂ ਫਿਰ ਉਹਦੇ ਇਕੁਇਵਲੈਂਟ ਕੋਰਸ ਕੀਤਾ ਹੋਵੇ ਜ਼ੂਓਲੋਜੀ ਬੋਟਨੀ ਕੈਮਿਸਟਰੀ ਦੇ ਨਾਲ, ਤੇ ਐਟਲੀਸਟ 50% ਮਾਰਕਸ ਹੋਣ ਤੁਹਾਡੇ ਐਗਰੀਗੇਟ ਦੇ ਵਿੱਚ। ਠੀਕ ਹੈ, ਤੇ ਨਾਲ ਹੀ ਇਹਦੇ ਵਿੱਚ ਕੀ ਹੈ ਕਿ ਜਾਂ ਤਾਂ ਪਾਸ ਕੀਤਾ ਹੋਵੇ ਸੈਂਟਰਲ ਟੀਚਰਸ ਐਲੀਜੀਬਿਲਿਟੀ ਟੈਸਟ ਫॉर पोस्ट ऑफ मास्टर मिस्ट्रेस ਐਜ਼ ਪਰ ਡਿਟੇਲਸ ਜੋ ਵੀ NCTE ਦੁਆਰਾ ਦੱਸੀਆਂ ਗਈਆਂ ਨੇ। ਠੀਕ ਹੈ, ਮਤਲਬ ਕੀ ਹੈ ਦੇਖੋ ਜਾਂ ਤਾਂ ਫਸਟ ਵਾਲਾ ਮਤਲਬ ਤੁਹਾਡਾ ਕਲੀਅਰ ਹੋਵੇ ਜਾਂ ਫਿਰ ਸੈਕਿੰਡ ਵਾਲਾ B ਵਾਲਾ ਪਾਰਟ ਕਲੀਅਰ ਹੋਵੇ। ਓਕੇ, ਉਹ ਤੋਂ ਬਾਅਦ ਸੋਸ਼ਲ ਸਾਇੰਸ ਦੇ ਵਿੱਚ ਕੀ ਹੈ, ਗ੍ਰੈਜੂਏਟ ਹੋਵੇ 50% ਮਾਰਕਸ ਦੇ ਨਾਲ ਵਿਦ ਐਨੀ ਟੂ ਆਫ ਦ ਫੋਲੋਇੰਗ 7 ਇਲੈਕਟਿਵ ਸਬਜੈਕਟਸ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ। ਠੀਕ ਹੈ, ਕਿਹੜੇ ਨੇ ਹਿਸਟਰੀ, ਪੋਲੀਟੀਕਲ ਸਾਇੰਸ, ਇਕਨੋਮਿਕਸ, ਜੋਗ੍ਰਾਫੀ, ਸੋਸ਼ੋਲੋਜੀ, ਪਬਲਿਕ ਐਡਮਿਨਿਸਟ੍ਰੇਸ਼ਨ, ਸਾਈਕੋਲੋਜੀ। ਜਾਂ ਫਿਰ ਬੈਚਲਰ ਆਫ ਐਜੂਕੇਸ਼ਨ ਡਿਗਰੀ ਉਹਦੀ ਇਕੁਇਵਲੈਂਟ ਕੀਤੀ ਹੋਵੇ ਫਰੋਮ ਇੰਸਟੀਟਿਊਟ ਜੋ NCTE ਦੁਆਰਾ ਰਿਕੋਗਨਾਈਜ਼ ਹੈ ਵਿਦ ਸੋਸ਼ਲ ਸਟੱਡੀਜ਼ ਸੋਸ਼ਲ ਸਾਇੰਸ ਐਜ਼ ਟੀਚਿੰਗ ਸਬਜੈਕਟਸ, ਤੇ 50% ਐਗਰੀਗੇਟ ਹੋਵੇ ਤੁਹਾਡਾ ਟੋਟਲ। ਠੀਕ ਹੈ, ਜਾਂ ਫਿਰ ਸੈਂਟਰਲ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 2 ਹੈ ਜਿਹੜਾ ਫॉर द पोस्ट ऑफ मास्टर मिस्ट्रेस ਜਿਹੜਾ ਹੈ ਉਹ ਪਾਸ ਕੀਤਾ ਹੋਵੇ ਕੰਡੀਸ਼ਨ ਜੋ ਵੀ ਨੋਟੀਫਾਈ ਕਰਦੀ ਹੈ NCTE। ਓਕੇ, ਜਾਂ ਫਿਰ ਉਸ ਤੋਂ ਇਲਾਵਾ 4 ਸਾਲ ਦੀ ਇੰਟੀਗ੍ਰੇਟਿਡ BSc B.Ed ਹੋਵੇ ਇਕੁਇਵਲੈਂਟ ਕੋਰਸ ਹੋਵੇ ਸੋਸ਼ਲ ਸਾਇੰਸ ਦੇ ਵਿੱਚ ਵਿਦ ਐਗਰੀਗੇਟ 50% ਮਾਰਕਸ। ਠੀਕ ਹੈ, ਪਾਸ ਇਨ ਸੈਂਟਰਲ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 2 ਫॉर द पोस्ट ऑफ मास्टर मिस्ट्रेस ਐਜ਼ ਪਰ ਦ ਕੰਡੀਸ਼ਨਸ ਜੋ ਵੀ NCTE ਦੁਆਰਾ ਦੱਸੀਆਂ ਗਈਆਂ ਨੇ। ਉਹ ਤੋਂ ਬਾਅਦ ਮੈਥਸ ਲਈ ਵੀ ਸੇਮ ਹੈ, ਦੇਖੋ ਗ੍ਰੈਜੂਏਸ਼ਨ ਕੀਤੀ ਹੋਵੇ ਮੈਥਸ ਦੇ ਵਿੱਚ 50% ਮਾਰਕਸ ਦੇ ਨਾਲ ਐਟਲੀਸਟ। ਠੀਕ ਹੈ, ਬੈਚਲਰ ਆਫ ਐਜੂਕੇਸ਼ਨ ਡਿਗਰੀ ਹੋਵੇ ਤੁਹਾਡੇ ਕੋਲ ਫਰੋਮ ਰਿਕੋਗਨਾਈਜ਼ ਯੂਨੀਵਰਸਿਟੀ ਰਿਕੋਗਨਾਈਜ਼ ਇੰਸਟੀਟਿਊਟ ਜੋ ਕਿ NCTE ਦੁਆਰਾ ਰਿਕੋਗਨਾਈਜ਼ ਹੋਵੇ, ਤੇ ਇਹਦੇ ਵਿੱਚ 50% ਐਟਲੀਸਟ ਮਾਰਕਸ ਹੋਣੇ ਚਾਹੀਦੇ ਤੁਹਾਡੇ ਐਗਰੀਗੇਟ ਦੇ ਵਿੱਚ। ਠੀਕ ਹੈ, ਔਰ ਇਟਸ ਇਕੁਇਵਲੈਂਟ ਵਿਦ ਮੈਥਮੈਟਿਕਸ ਐਜ਼ ਟੀਚਿੰਗ ਸਬਜੈਕਟ। ਜਾਂ ਫਿਰ ਸੈਂਟਰਲ ਟੀਚਿੰਗ ਐਲੀਜੀਬਿਲਿਟੀ ਪੇਪਰ 2 ਹੈ ਜਿਹੜਾ ਮਾਸਟਰ ਮਿਸਟਰਸ ਪੋਸਟ ਦੇ ਲਈ ਤੁਹਾਨੇ ਮਤਲਬ ਪਾਸ ਕੀਤਾ ਹੋਵੇ ਕੰਡੀਸ਼ਨ ਜੋ ਵੀ NCTE ਦੁਆਰਾ ਦੱਸੀਆਂ ਜਾਂਦੀਆਂ। ਜਾਂ ਫਿਰ ਇਸ ਤੋਂ ਇਲਾਵਾ ਕੀ ਹੈ 4 years ਇੰਟੀਗ੍ਰੇਟਿਡ BSc B.Ed ਹੋਵੇ ਵਿਦ ਮੈਥਮੈਟਿਕਸ ਔਰ ਇਕੁਇਵਲੈਂਟ ਕੋਰਸ ਵਿਦ ਐਟਲੀਸਟ 50% ਮਾਰਕਸ ਇਨ ਐਗਰੀਗੇਟ। ਸੈਂਟਰਲ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 2 ਹੈ ਜਿਹੜਾ ਮਾਸਟਰ ਮਿਸਟਰਸ ਪੋਸਟ ਦੇ ਲਈ ਤੁਸੀਂ ਪਾਸ ਕੀਤਾ ਹੋਵੇ। ਇੰਗਲਿਸ਼ ਦੇ ਵਿੱਚ ਵੀ ਗ੍ਰੈਜੂਏਸ਼ਨ ਕੀਤੀ ਹੋਵੇ ਉਹਦੇ ਇਕੁਇਵਲੈਂਟ ਰਿਕੋਗਨਾਈਜ਼ ਯੂਨੀਵਰਸਿਟੀ ਤੋਂ। ਠੀਕ ਹੈ, ਇੰਗਲਿਸ਼ ਐਜ਼ ਅ ਸਬਜੈਕਟ ਵਿਦ ਐਟਲੀਸਟ 50% ਮਾਰਕਸ। ਬੈਚਲਰ ਆਫ ਐਜੂਕੇਸ਼ਨ ਡਿਗਰੀ ਜੋ ਕਿ ਐਸ ਇੰਸਟੀਟਿਊਟ ਤੋਂ ਕੀਤੀ ਹੋਵੇ ਜੋ ਕਿ NCTE ਦੁਆਰਾ ਰਿਕੋਗਨਾਈਜ਼ ਹੈ, ਤੇ ਇਹਦੇ ਵਿੱਚ ਵੀ ਇੰਗਲਿਸ਼ ਐਜ਼ ਅ ਟੀਚਿੰਗ ਸਬਜੈਕਟ ਹੋਣਾ ਚਾਹੀਦਾ ਹੈ। ਦੈਨ ਪਾਸ ਇਨ ਸੈਂਟਰਲ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 2 ਫॉर द पोस्ट ऑफ मास्टर मिस्ट्रेस एज पर द डिटेल्स नोटिफाइड बाय NCTE। ਦੈਨ ਹਿੰਦੀ ਦੀ ਗੱਲ ਕਰੀਏ, ਗ੍ਰੈਜੂਏਟ ਔਰ ਇਟਸ ਇਕੁਇਵਲੈਂਟ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ ਵਿਦ ਹਿੰਦੀ ਐਜ਼ ਇਲੈਕਟਿਵ ਸਬਜੈਕਟ ਵਿਦ 50% at least marks on. Then bachelor of education degree recognized by NCTE with at least 50% marks in aggregate or equivalent with Hindi as teaching subject. Then pass in central teachers eligibility test paper 2 for the post of master mistress as per the detailed condition जो भी NCTE द्वारा specify कीतियां जांदियां ने।
ਪੰਜਾਬੀ ਦੇ ਵਿੱਚ ਵੀ ਗ੍ਰੈਜੂਏਟ ਔਰ ਇਕੁਇਲੈਂਟ ਫਰੋਮ ਰਿਕੋਗਨਾਈਜ਼ ਯੂਨੀਵਰਸਿਟੀ ਵਿਦ ਪੰਜਾਬੀ ਐਜ਼ ਇਲੈਕਟਿਵ ਸਬਜੈਕਟ ਵਿਦ 50% ਮਾਰਕਸ ਹੋਣੇ ਚਾਹੀਦੇ ਐਟਲੀਸਟ। ਬੈਚਲਰ ਆਫ ਐਜੂਕੇਸ਼ਨ ਡਿਗਰੀ ਜੋ ਰਿਕੋਗਨਾਈਜ਼ ਹੋਵੇ NCT ਦੁਆਰਾ ਵਿਦ ਐਟਲੀਸਟ 50% ਮਾਰਕਸ ਇਨ ਐਗਰੀਗੇਟ ਜਾਂ ਫਿਰ ਉਹਦੇ ਇਕੁਇਲੈਂਟ with Punjabi as teaching subject, then pass in central teaching eligibility test paper 2 for the post of master mistress as per the detailed condition ਜੋ ਵੀ NCT ਦੁਆਰਾ ਦੱਸਿਆ ਜਾਂਦੇ ਆ। ਉਹ ਤੋਂ ਬਾਅਦ ਨੈਕਸਟ ਆਪਾਂ ਗੱਲ ਕਰੀਏ ਸੰਸਕ੍ਰਿਤ ਦੀ। ਇਹਦੇ ਵਿੱਚ ਵੀ ਸੇਮ ਹੈ, ਗ੍ਰੈਜੂਏਟ ਹੋਵੇ ਜਾਂ ਫਿਰ ਉਹਦੇ ਇਕੁਇਲੈਂਟ ਹੋਵੇ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਵਿਦ ਸੰਸਕ੍ਰਿਤ ਐਜ਼ ਇਲੈਕਟਿਵ ਸਬਜੈਕਟ ਤੇ ਐਟਲੀਸਟ 50% ਮਾਰਕਸ ਹੋਣ। ਬੈਚਲਰ ਆਫ ਐਜੂਕੇਸ਼ਨ ਡਿਗਰੀ recognized by NCTE with at least 50% marks in aggregate or its equivalent with Sanskrit as teaching subject. Pass central teaching eligibility test paper 2 for the post of master mistress as per the detailed condition notified by NCTE from time to time. Then physical education ਦੀ ਗੱਲ ਕਰੀਏ, ਇਹਦੇ ਵਿੱਚ ਵੀ graduate of recognized university with at least 50% marks in aggregate, DP8 ਜਾਂ ਫਿਰ B.Ed or its equivalent with at least 50% marks in aggregate ਜਾਂ ਫਿਰ integrate degree ਹੋਵੇ in physical education or its equivalent with at least 50% marks from recognized university. फाइन आर्ट्स ਦੇ ਵਿੱਚ ਬੈਚਲਰ ਆਫ ਫਾइन आर्ट्स डिग्री और इक्विवेलेंट फ्रॉम रिकॉग्नाइज्ड यूनिवर्सिटी विद 50% मार्क्स। होम साइंस ਦੇ ਵਿੱਚ ਕੀ कंडीशंस है, BSc इन होम साइंस और इक्विवेलेंट फ्रॉम रिकॉग्नाइज्ड यूनिवर्सिटी with at least 50% marks। बैचलर ऑफ एजुकेशन डिग्री by NCTE with at least 50% marks in aggregate और its equivalent with home science domestic science as teaching subject। then म्यूजिक की गल करिए, ग्रेजुएट और इट्स इक्विवेलेंट विद म्यूजिक एज वन ऑफ द इलेक्टिव सब्जेक्ट विद एटलीस्ट 50% मार्क्स। बैचलर ऑफ एजुकेशन डिग्री रिकॉग्नाइज्ड बाय NCT विद एटलीस्ट 50% मार्क्स इन एग्रीगेट विद म्यूजिक एज ए टीचिंग सब्जेक्ट्स और इट्स इक्विवेलेंट या फिर ग्रेजुएट इन एनी सब्जेक्ट फ्रॉम रिकॉग्नाइज्ड यूनिवर्सिटी विद एटलीस्ट 50% मार्क्स इन एग्रीगेट, डिग्री इन म्यूजिक फ्रॉम रिकॉग्नाइज्ड इंस्टीट्यूट विद एटलीस्ट 50% मार्क्स इन एग्रीगेट। ठीक है, ਜਿੱਥੇ ਔਰ ਆ ਜਾਂਦਾ ਨਾ ਇਹਦਾ ਮਤਲਬ ਜਾਂ ਤਾਂ ਕੰਡੀਸ਼ਨ A ਫੁੱਲਫਿਲ ਹੋਵੇ ਪੂਰੀ ਜਾਂ ਫਿਰ B ਹੋਵੇ। ਓਕੇ, ਇਹਦੇ ਵਿੱਚ ਧਿਆਨ ਰੱਖਿਓ। ਉਹ ਤੋਂ ਬਾਅਦ ਨੈਕਸਟ ਇਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਆਫ ਪਰਸਨਲ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕੁਝ ਇਸ਼ੂ ਕੀਤੇ ਗਏ ਗਾਈਡਲਾਈਨਸ। ਉਹਦੇ ਵਿੱਚ ਕਿਹਾ ਕਿ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ICT ਸਕਿੱਲ ਕੋਰਸ ਦਾ। ਠੀਕ ਹੈ, ਯਾਨੀ ਕਿ ਕੰਪਿਊਟਰ ਕੰਸੈਪਟ ਦਾ 80 ਆਵਰਸ ਦਾ ਸਰਟੀਫਿਕੇਟ ਹੋਵੇ ਫਰੋਮ ਗਵਰਨਮੈਂਟ ਰਿਕੋਗਨਾਈਜ਼ਡ ਇੰਸਟੀਟਿਊਟ ਜਾਂ ਫਿਰ ਤੁਹਾਡੇ ਕੋਲ ISO 9001 ਸਰਟੀਫਾਈਡ ਇੰਸਟੀਟਿਊਟ ਦਾ ਸਰਟੀਫਿਕੇਟ ਹੋਵੇ ਜਾਂ ਫਿਰ DOEACC ਦਾ ਸਰਟੀਫਿਕੇਟ ਹੋਵੇ। ਠੀਕ ਹੈ, ਜਾਂ ਫਿਰ NIE-LIT ਦਾ ਹੋਵੇ ਜਾਂ ਉਹਦੇ ਆਥੋਰਾਈਜ਼ ਇੰਸਟੀਟਿਊਟਸ ਹੈ ਜਿਹੜੇ। ਠੀਕ ਹੈ, ਮਤਲਬ ਇਹਨਾਂ ਸਾਰੀ ਆਰਗੇਨਾਈਜੇਸ਼ਨ 'ਚੋਂ ਕਿਸੇ ਇੱਕ ਦਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਹੈ CCC ਦਾ, ਦੈਟ ਇਜ਼ ਕੋਰਸ ਔਨ ਕੰਪਿਊਟਰ ਕੰਸੈਪਟ 80 ਆਵਰਸ ਦਾ। ਠੀਕ ਹੈ, ਅਤੇ ਜਿਹੜੀ ਇਹ ਕੰਡੀਸ਼ਨ ਹੈ ਤੁਹਾਡੇ ਅਪਾਇੰਟਮੈਂਟ ਲੈਟਰ ਇਸ਼ੂ ਕਰਨ ਤੋਂ ਪਹਿਲਾਂ ਚੈੱਕ ਕੀਤੀ ਜਾਊਗੀ। ਓਕੇ, ਹੁਣ ਅਗਰ ਆਪਾਂ ਦੇਖੀਏ ਤਾਂ ਕਿਸ ਤਰੀਕੇ ਨਾਲ ਸਿਲੈਕਸ਼ਨ ਹੋਊਗੀ। ਦੇਖੋ, ਤੁਹਾਡਾ ਪੇਪਰ ਹੋਊਗਾ 2 ਪਾਰਟਸ ਦੇ ਵਿੱਚ ਡਿਵਾਈਡ ਹੋਊਗਾ। MCQ ਫਾਰਮ ਦੇ ਵਿੱਚ ਹੈ, 150 ਮਾਰਕਸ ਦਾ ਪੇਪਰ ਹੈ। ਓਕੇ, ਜਿਹੜਾ ਪਾਰਟ A ਹੈ ਉਹਦੇ ਵਿੱਚ 50 ਕੁਐਸਚਨਸ ਆਉਣੇ ਆ, ਜਿਹੜਾ ਪਾਰਟ B ਹੈ ਉਹਦੇ ਵਿੱਚ 100 ਕੁਐਸਚਨਸ ਆਉਣੇ ਆ ਅਤੇ 100 ਮਾਰਕਸ ਦਾ ਹੈ। ਓਕੇ, ਅਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਹੋਇਆ ਹੈ ਕਿ ਕੁਆਲੀਫਾਈ ਮਾਰਕਸ ਹੈ ਜਿਹੜੇ ਪਾਰਟ A ਅਤੇ B ਨੂੰ ਮਿਲਾ ਕੇ ਹੈਗੇ 40%। ਠੀਕ ਹੈ, ਹੁਣ ਆਪਾਂ ਦੇਖੀਏ ਅਗਰ ਆਪਾਂ ਪਾਰਟ A ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਡੇ ਟੋਟਲ 4 मतलब अलग अलग डिवीजन्स हैं। ठीक है, जनरल अवेयरनेस, रीजनिंग, अर्थमैटिकल एंड न्यूमेरिकल एबिलिटी के 12 क्वेश्चन आने हैं। इन्फॉर्मेशन एंड कम्युनिकेशन टैक्नोलॉजी के 12 क्वेश्चन, टीचिंग एप्टीट्यूड एंड पैडागॉगी के 12 क्वेश्चन, दैन टेस्ट ऑफ इंग्लिश, पंजाबी, हिंदी लैंग्वेज एंड कॉम्प्रीहेंशन। ठीक है, ये 14 क्वेश्चन है। ये उन्होंने डिवीजन दिते हुए इंग्लिश के 5, हिंदी के 5, पंजाबी के 4। ओके, ये तो हो गया पार्ट A। तो पार्ट B के 100 क्वेश्चन आएंगे, 100 मार्क्स, तो जी पोस्ट है तुम अप्लाई कर रहे हो वो रिलेटेड क्वेश्चन होंगे, तो जो लैवल होगा वो जी पोस्ट तुम अप्लाई कर रहे हो वो इक्वलेंट लैवल होगा क्वेश्चन का। ओके, ਹੁਣ ਦੇਖੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰੇਕ ਪਾਰਟ ਦੇ ਵਿੱਚ ਤੁਹਾਡੇ ਮਿਨੀਮਮ ਕੁਆਲੀਫਾਈਂਗ ਮਾਰਕਸ ਆ ਜਿਹੜੇ ਉਹ ਹਰੇਕ ਪਾਰਟ ਦੇ ਵਿੱਚ ਸੈਪਰੇਟਲੀ 40% ਹੋਣੇ ਚਾਹੀਦੇ ਨੇ। ਠੀਕ ਹੈ, ਅਤੇ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੈਗੀ ਹੈ, 0.25 ਮਾਰਕਸ ਡਿਡਕਟ ਹੋਣਗੇ ਰੋਂਗ ਆਪਸ਼ਨ ਲਈ। ਆਈ ਥਿੰਕ ਮੈਂ ਇੱਥੇ ਤੁਹਾਨੂੰ ਐਵੇਂ ਕਹਿ ਗਈ ਸੀਗੀ ਕਿ 40% ਮਾਰਕਸ ਜਿਹੜੇ ਨੇ ਉਹ ਇਕੱਠੇ ਹੋਣ ਪਾਰਟ A ਅਤੇ B ਦੇ ਵਿੱਚ, ਨਹੀਂ, ਅਲੱਗ-ਅਲੱਗ ਪਾਰਟ A ਦੇ ਵਿੱਚ ਵੀ 40% ਮਾਰਕਸ ਹੋਣੇ ਚਾਹੀਦੇ ਮਿਨੀਮਮ, ਅਤੇ ਪਾਰਟ B ਦੇ ਵਿੱਚ ਵੀ ਹੋਣੇ ਚਾਹੀਦੇ ਆ। ਠੀਕ ਹੈ, ਸੌਰੀ ਫॉर ਦਿਸ ਮਿਸਟੇਕ। ਸੋ ਉਹ ਤੋਂ ਬਾਅਦ ਨੈਕਸਟ ਉਹਨਾਂ ਨੇ ਕਿਹਾ ਕਿ ਜਿਹੜੇ ਪੋਸਟ ਹੈ TGT ਦੀ, ਦੈਟ ਇਜ਼ ਸਾਇੰਸ ਨੋਨ ਮੈਡੀਕਲ, ਸਾਇੰਸ ਮੈਡੀਕਲ, ਸੋਸ਼ਲ ਸਾਇੰਸ, ਉਹਦੇ ਵਿੱਚ 100 ਕੁਐਸਚਨਸ ਉਹਨਾਂ ਨੇ ਤੁਹਾਨੂੰ ਡਿਵੀਜ਼ਨ ਦੱਸਿਆ। ਦੇਖੋ, ਸਭ ਤੋਂ ਪਹਿਲਾਂ ਅਗਰ ਆਪਾਂ ਸਾਇੰਸ ਨੋਨ ਮੈਡੀਕਲ ਦੀ ਗੱਲ ਕਰੀਏ ਤਾਂ ਫਿਜ਼ਿਕਸ ਦੇ 33 ਕੁਐਸਚਨ, ਕੈਮਿਸਟਰੀ ਦੇ 33 ਕੁਐਸਚਨ, ਮੈਥਮੈਟਿਕਸ ਦੇ 34 ਕੁਐਸਚਨਸ। ਸਾਇੰਸ ਮੈਡੀਕਲ ਦੀ ਗੱਲ ਕਰੀਏ ਤਾਂ ਬੋਟਨੀ ਦੇ 33, ਜ਼ੂਓਲੋਜੀ ਦੇ 33, ਕੈਮਿਸਟਰੀ ਦੇ 34। ਠੀਕ ਹੈ, ਸੋਸ਼ਲ ਸਾਇੰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪੋਲੀਟੀਕਲ ਸਾਇੰਸ ਦੇ 25, ਇਕਨੋਮਿਕਸ ਦੇ 25, ਹਿਸਟਰੀ ਦੇ 25 ਅਤੇ ਜੋਗ੍ਰਾਫੀ ਦੇ 25। ਓਕੇ, ਅਤੇ ਜਿਹੜਾ ਕੁਐਸਚਨ ਪੇਪਰ ਹੋਊਗਾ ਉਹ ਬਾਈਲਿੰਗੁਅਲ ਹੋਊਗਾ, ਮਤਲਬ ਇੰਗਲਿਸ਼ ਅਤੇ ਹਿੰਦੀ ਦੋਨੋਂ ਲੈਂਗੁਏਜ 'ਚ ਹੋਊਗਾ। ਠੀਕ ਹੈ, ਹੁਣ ਜਿਹੜਾ ਪਾਰਟ A ਦੇ ਵਿੱਚ ਆਪਾਂ ਨੇ ਪੜ੍ਹਿਆ ਸੀ ਨਾ ਕਿ ਇੰਗਲਿਸ਼, ਹਿੰਦੀ, ਪੰਜਾਬੀ ਦੇ ਕੁਐਸਚਨਸ ਆਉਣੇ ਉਹ ਆਪਣੀ ਆਪਣੀ ਲੈਂਗੁਏਜ ਹੋਣਗੇ। ਬਾਕੀ ਜਿਹੜਾ ਹੋਰ ਪੂਰਾ ਪੇਪਰ ਹੈ ਉਹ ਤੁਹਾਨੂੰ ਇੰਗਲਿਸ਼ ਅਤੇ ਹਿੰਦੀ ਦੋਨੋਂ ਲੈਂਗੁਏਜ 'ਚ ਮਿਲੂਗਾ। ਠੀਕ ਹੈ ਜੀ, ਹੁਣ ਨੈਕਸਟ ਆਪਾਂ ਗੱਲ ਕਰਦੇ ਕਿ ਤੁਸੀਂ ਕਿਸ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ, ਕੀ ਸਿਲੈਕਸ਼ਨ ਪ੍ਰੋਸੀਜਰ ਹੈ ਇਹਦਾ। ਓਕੇ, ਦੇਖੋ, ਸਭ ਤੋਂ ਪਹਿਲਾਂ ਤੁਸੀਂ ਔਨਲਾਈਨ ਅਪਲਾਈ ਕਰਨਾ ਫਾਰਮ ਦੇ ਲਈ। ਓਕੇ, ਜਿਵੇਂ ਹੀ ਤੁਸੀਂ ਪੇਪਰ ਦੇ ਕੇ ਆਉਂਗੇ ਤਾਂ ਜਿਹੜੀ ਵੀ ਆਨਸਰ ਕੀ ਵਗੈਰਾ ਉਹ ਸਾਰੀ ਤੁਹਾਨੂੰ ਔਨਲਾਈਨ ਅਪਲੋਡ ਕੀਤੀ ਜਾਊਗੀ। ਠੀਕ ਹੈ, ਤੁਸੀਂ ਆਪਣੇ ਆਪ ਇੱਕ ਵਾਰ ਪੜ੍ਹ ਲਿਓ। ਇੱਥੇ ਇੱਕ ਪਾਰਟ ਇੰਪੋਰਟੈਂਟ ਇਹ ਹੈ ਕਿ ਜਿਹੜੀ ਫਾਈਨਲ ਮੈਰਿਟ ਲਿਸਟ ਹੋਊਗੀ ਉਹ ਰਿਲੀਜ਼ ਹੋਊਗੀ ਤੁਹਾਡਾ ICT ਜਿਹੜਾ ਜਿਹਦੇ ਸਰਟੀਫਿਕੇਟ ਦੀ ਆਪਾਂ ਨੇ ਗੱਲ ਕੀਤੀ ਸੀ ਉਹ ਚੈੱਕ ਕਰਨ ਤੋਂ ਬਾਅਦ, ਯਾਨੀ ਕਿ ਤੁਹਾਨੂੰ ਪੇਪਰ ਵੀ ਕਲੀਅਰ ਕੀਤਾ ਹੋਵੇ ਅਤੇ ਤੁਹਾਡੇ ਕੋਲ ਸਰਟੀਫਿਕੇਟ ਵੀ ਹੋਣਾ ਚਾਹੀਦਾ 80 ਆਵਰਸ ਵਾਲਾ। ਓਕੇ,
ਉਹ ਤੋਂ ਬਾਅਦ ਏਜ ਲਿਮਿਟ ਦੀ ਗੱਲ ਕਰੀਏ ਤਾਂ 21 ਤੋਂ ਲੈ ਕੇ 37 ਇਅਰਸ ਤੱਕ ਦੀ ਤੁਹਾਡੀ ਏਜ ਹੋਣੀ ਚਾਹੀਦੀ ਹੈ ਐਜ਼ ਔਨ 1 ਜਨਵਰੀ 2024 ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਆਪਣੀ ਕੈਟਾਗਰੀ ਦੇ ਅਕੋਰਡਿੰਗ ਤੁਸੀਂ ਆਪਣੀ ਏਜ ਹੈ ਜਿਹੜੀ ਉਹ ਦੇਖ ਲਿਓ ਇੱਕ ਵਾਰ। ਉਹ ਤੋਂ ਬਾਅਦ ਨੈਕਸਟ ਅਗਰ ਆਪਾਂ ਦੇਖੀਏ ਤਾਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਫਾਰਮ ਦੇ ਲਈ www.chteducation.gov.in ਦੇ ਉੱਪਰ ਜਾ ਕੇ, ਠੀਕ ਹੈ, 26 ਫੈਬ ਤੋਂ ਬਾਅਦ। ਓਕੇ, ਤੇ ਉਹ ਤੋਂ ਬਾਅਦ ਜਿਹੜੀ ਫੀ ਹੈ ਉਹ 1000 ਰੁਪੀਜ਼ ਹੈ ਸਾਰੇ ਕੈਂਡੀਡੇਟਸ ਲਈ। SC ਕੈਂਡੀਡੇਟਸ ਹੈ ਜਿਹੜੇ ਉਹਨਾਂ ਲਈ 500 ਰੁਪੀਜ਼ ਹੈ। ਪਰਸਨ ਵਿਦ ਡਿਸੇਬਿਲਿਟੀ ਹੈ, ਠੀਕ ਹੈ, ਉਹਨਾਂ ਨੂੰ ਐਗਜ਼ਾਮ ਕੀਤਾ ਜਾਂਦਾ ਕਿ ਉਹਨਾਂ ਲਈ ਕੋਈ ਫੀ ਨਹੀਂ ਹੈਗੀ। ਓਕੇ, ਤਾਂ ਤੁਸੀਂ ਇਹ ਫਾਰਮ ਲਈ ਆਨਲਾਈਨ ਅਪਲਾਈ ਕਰਨਾ ਹੈ। ਇਹ ਸਾਰੀ ਕੰਡੀਸ਼ਨਸ ਪੜ੍ਹ ਲਿਓ ਕਿ ਕਿਵੇਂ ਕੀ ਸਬਮਿਟ ਕਰਨਾ ਹੈ, ਠੀਕ ਹੈ ਜੀ। ਬਿਕੋਜ਼ ਆਪਣੇ ਤੋਂ ਕਈ ਵਾਰ ਨਾ ਫਾਰਮ ਫਿਲ ਕਰਨ ਦੇ ਵਿੱਚ ਮਿਸਟੇਕ ਹੋ ਜਾਂਦੇ, ਇਸ ਲਈ ਸਾਰੀ ਕੰਡੀਸ਼ਨਸ ਪੜ੍ਹਨੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਇੱਕ ਵਾਰ ਇਹਨੂੰ ਜ਼ਰੂਰ ਪੜ੍ਹਿਆ ਕਰੋ ਅਪਲਾਈ ਕਰਨ ਤੋਂ ਪਹਿਲਾਂ, ਤਾਂ ਕਿ ਤੁਹਾਡੇ ਤੋਂ ਕੋਈ ਵੀ ਮਿਸਟੇਕ ਨਾ ਹੋਵੇ ਫਾਰਮ ਫਿਲ ਕਰਨ ਦੇ ਵਿੱਚ, ਠੀਕ ਹੈ। ਉਹ ਤੋਂ ਬਾਅਦ ਕੁਝ ਇੰਪੋਰਟੈਂਟ ਜਿਹੜੀ ਡੇਟਸ ਨੇ ਉਹਦਾ ਆਪਾਂ ਦੇਖ ਹੀ ਲਈਆਂ ਵੀ 26 ਫਰਵਰੀ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ 18 ਮਾਰਚ ਤੱਕ, ਠੀਕ ਹੈ। ਅਤੇ ਜਿਹੜੀ ਫੀ ਡਿਪੋਜ਼ਿਟ ਕਰਨ ਦੀ ਲਾਸਟ ਡੇਟ ਉਹ ਹੈਗੀ ਹੈ 21 ਮਾਰਚ। ਓਕੇ, ਡਿਸਪਲੇ ਆਫ ਫੀ ਕਨਫਰਮੇਸ਼ਨ ਲਿਸਟ ਆਫ ਕੈਂਡੀਡੇਟ ਜਿਨ੍ਹਾਂ ਨੇ ਸਬਮਿਟ ਕੀਤੀ ਹੈ ਫੀ, ਉਹਨਾਂ ਦੀ ਲਿਸਟ ਆ ਜਾਊਗੀ 26 ਮਾਰਚ ਤੱਕ। ਓਕੇ, ਸੋ ਇਹ ਤੁਸੀਂ ਸਾਰਾ ਆਪਣਾ ਜਿਹੜਾ ਹੈ ਉਹਨੂੰ ਅੱਛੇ ਤਰੀਕੇ ਨਾਲ ਰੀਡ ਕਰ ਲਿਓ। ਓਕੇ, ਸੋ ਬੇਸਿਕ ਜਿਹੜੀ ਵੀ ਇੰਪੋਰਟੈਂਟ ਇਨਫੋਰਮੇਸ਼ਨ ਸੀ ਉਹ ਸਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ। ਸੋ ਮਿਲਦੇ ਹਾਂ ਜਲਦੀ ਹੀ। ਥੈਂਕ ਯੂ ਸੋ ਮਚ। ਲਾਸਟ ਡੇਟ ਦਾ ਵੇਟ ਨਾ ਕਰਿਓ ਅਤੇ ਜਲਦੀ ਅਪਲਾਈ ਕਰ ਦਿਓ ਫਾਰਮ ਦੇ ਲਈ। ਬਾਕੀ ਜਿਹੜੀ PDF ਹੈ ਤੁਸੀਂ ਮੇਰੇ ਟੈਲੀਗ੍ਰਾਮ ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ, ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੂੰਗੀ। ਥੈਂਕ ਯੂ।